ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੂ ਕੋਈ। ਮਾਟੀ ਕਾ ਕਿਆ ਧੂਪੈ ਸੁਆਮੀ, ਮਾਨਸ ਕੀ ਗਤ ਇਹੀ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਵਾਲੀਏ ਕੁਲ ਆਲਮ ਕਾਦਰੇ ਮੁਤਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਪੋਥੀ ਪਰਮੇਸ਼ਰ ਕਾ ਥਾਨ। ਸ਼ਬਦ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਤ ਬੇਤੇ ਬ੍ਰਹਮ ਗਿਆਨੀ ਬਾਬਾ ਅਨੰਤ ਰਾਮ ਜੀ ਉਦਾਸੀ ਮਹਾਂਪੁਰਖ ਡੰਡੇ ਵਾਲੇ, ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਮਹਾਨ ਗੁਰਪੁਰਬ ਨੂੰ ਸਮਰਪਿਤ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਤ ਸੰਗਤ ਜੀਓ। ਦਾਸ ਤੋਂ ਪਹਿਲਾਂ ਆਪ ਜੀ ਗੁਰੂ ਘਰ ਦੀ ਅਜ਼ਮਤ ਤੋਂ ਬਖਸ਼ਿਸ਼ ਪ੍ਰਾਪਤ ਹੋਈ ਕੀਰਤਨੀ ਜਥੇ ਪਾਸੋਂ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਸਤਿਕਾਰਯੋਗ ਬਾਬਾ ਗੁਰਮੇਸ਼ ਸਿੰਘ ਜੀ ਤਿਨਾਂ ਪਾਸੋਂ ਆਪ ਜੀ ਨੇ ਗੁਰਬਾਣੀ ਦੀ ਵਿਚਾਰ ਔਰ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਜਿਤਨੇ ਵੀ ਮਾਈ ਭਾਈ ਸਿੱਖ ਸੇਵਕ ਜੋ ਵੀ ਸਤਿਗੁਰੂ ਦੇ ਪਾਕ ਮੁਕੱਦਸ ਦਰਬਾਰ ਅੰਦਰ ਹਾਜ਼ਰੀਨ ਹੋ, ਆਓ ਗੁਰੂ ਕੀ ਬਖਸ਼ਿਸ਼ ਕੀਤੀ ਫਤਿਹ ਬੁਲਾਓ। ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਧ ਸੰਗਤ, ਫਤਿਹ ਸਾਡੀ ਚੜ੍ਹਦੀ ਕਲਾ ਔਰ ਸੁਰਜੀਤ ਹੋਣ ਦਾ, ਉਸਾਰੂ ਹੋਣ ਦਾ ਪ੍ਰਤੀਕ ਹੈ। ਇੰਜ ਕਹਿ ਲਵਾਂ ਅੱਜ ਦੀ ਭਾਸ਼ਾ ਦੇ ਵਿੱਚ ਕਿ ਇਹ ਸਾਡੀ ਪੋਜ਼ਿਟਿਵਿਟੀ ਦਾ ਪ੍ਰਤੀਕ ਹੈ। ਅਸੀਂ ਉਸਾਰੂ ਬਿਰਤੀ ਲੈ ਕੇ ਬੈਠੇ ਹਾਂ। ਜਦੋਂ ਸਾਡੀ ਫਤਿਹ ਥੋੜ੍ਹੀ ਜਿਹੀ ਢਿੱਲੀ ਮਹਿਸੂਸ ਹੋਵੇ ਤੇ ਇੰਜ ਪ੍ਰਤੀਤ ਹੁੰਦਾ ਜਿਵੇਂ ਅਸੀਂ ਸਮਾਗਮ ਤੋਂ ਬਾਹਰ ਰਹੇ ਸੁਰਤ ਕਰਕੇ। ਇੱਕ ਵਾਰੀ ਮੇਰੀ ਬੇਨਤੀ ਹੈ, ਆਓ ਮਨ ਨੂੰ ਇਕਾਗਰ ਕਰੋ, ਗੁਰੂ ਕੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰੂ ਕੀ ਅਸੀਸ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਵਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਧ ਸੰਗਤ, ਜਿਸ ਅਸਥਾਨ ਤੇ ਅਸੀਂ ਬੈਠੇ ਹਾਂ ਇੱਥੇ ਭਗਤੀ ਦਾ ਔਰਾ ਹੈ। ਭਗਤੀ ਦਾ ਔਰਾ ਹਮੇਸ਼ਾ ਮਨ ਨੂੰ ਸਕੂਨ ਦਿੰਦਾ ਹੈ। ਮਨ ਦੀ ਉਲਝਣਾ, ਮਨ ਦੀ ਜੰਜਾਲ ਘਟਾ ਕੇ ਇੱਕ ਸਕੂਨਦਾਇਕ ਅਵਸਥਾ ਪ੍ਰਦਾਨ ਕਰਦਾ ਹੈ। ਇਸ ਅਸਥਾਨ ਤੇ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਅਨੰਤ ਰਾਮ ਜੀ ਉਦਾਸੀ, ਮੈਂ ਦੋ ਘਟਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਗੁਰੂ ਕੀ ਸਾਧ ਸੰਗਤ ਇਤਿਹਾਸ ਦੇ ਵਿੱਚੋਂ। ਇੱਕ ਤੇ ਉਦਾਸੀ ਮੱਤ ਦਾ ਸਿੱਖ ਪੰਥ ਦੇ ਨਾਲ ਸੰਬੰਧ ਕੀ, ਔਰ ਦੂਸਰਾ ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਤੇ ਪਹੁੰਚ ਜਾਂਦਾ ਉਹਦੇ ਅੰਦਰ ਵਿੱਚ ਤਬਦੀਲੀ ਕੀ ਆਉਂਦੀ ਹੈ, ਉਹਦਾ ਜੀਵਨ ਕਿਵੇਂ ਦਾ ਹੋ ਜਾਂਦਾ। ਸਿਰਫ ਦੋ ਹੀ ਗੱਲਾਂ ਕਰਕੇ ਜਥਾ ਆ ਗਿਆ, ਮੈਂ ਖਿਮਾ ਦੀ ਜਾਚਨਾ ਕਰ ਦੇਵਾਂਗਾ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਆਦਿ ਗੁਰੂ, ਜਗਤ ਗੁਰੂ, ਹਿੰਦੂ ਕੇ ਗੁਰੂ, ਮੁਸਲਮਾਨ ਕੇ ਪੀਰ, ਸ੍ਰਿਸ਼ਟੀ ਦੇ ਵਾਲੀ, ਆਪ ਨਾਰਾਇਣ ਕਲਾਧਾਰ, ਜਗ ਮੈਂ ਪਰਵਰਿਓ, ਤਿਨਾਂ ਦਾ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬਾਬਾ ਦੇਖਿਆ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਤੇ ਅੱਗੇ ਉਹਨਾਂ ਨੇ ਬੜੇ ਕਮਾਲ ਦੀ ਗੱਲ ਲਿਖੀ, ਕਹਿੰਦੇ ਬਾਬੇ ਭੇਖ ਬਣਾਇਆ। ਇਹ
ਬਾਬਾ ਜੀ ਦੇ ਭੇਖ ਦਾ 3 ਵਾਰੀ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ। ਪਹਿਲਾਂ ਤੇ ਉਹਨਾਂ ਨੇ ਇੱਥੇ ਜ਼ਿਕਰ ਕੀਤਾ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਇਹ ਸਾਡਾ ਕੇਂਦਰ ਬਿੰਦੂ ਰਹੇਗਾ। ਇਸ ਤੋਂ ਬਿਨਾ ਉਹਨਾਂ ਨੇ ਇਹ ਗੱਲ ਆਖੀ, ਫਿਰ ਬਾਬਾ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ। ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਗਏ, ਉੱਥੇ ਵੀ ਉਹਨਾਂ ਨੇ ਹਾਜੀਆਂ ਵਾਲਾ ਪਹਿਰਾਵਾ ਪਹਿਨਿਆ। ਤੇ ਫਿਰ ਤੀਜੀ ਵਾਰੀ ਭਾਈ ਗੁਰਦਾਸ ਜੀ ਨੇ ਲਿਖਿਆ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਮੈਂ ਸਿਰਫ ਬੇਨਤੀ ਇੱਥੇ ਇੰਨੀ ਕਰਾਂਗਾ ਕਿ ਗੁਰੂ ਨਾਨਕ ਦੇਵ ਸਾਹਿਬ ਸੱਚੀ ਸਰਕਾਰ, ਉਹਨਾਂ ਨੇ ਜਗਤ ਜਲੰਦੇ ਨੂੰ ਵੇਖਿਆ, ਹੈ ਕਰਦੀ ਲੁਕਾਈ, ਪਾਪਾਂ ਦੇ ਵਿੱਚ ਸੜ ਰਹੀ, ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ, ਕਾਦੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਜਾਂ ਇਸ ਸੰਸਾਰ ਦੇ ਵਿੱਚ ਜਿਹੜੇ ਧਰਮ ਦੇ ਆਗੂ ਨੇ, ਉਹਨਾਂ ਨੇ ਵੀ ਆਪਣਾ ਜਦੋਂ ਅਕੀਦਾ ਛੱਡ ਦਿੱਤਾ, ਧਰਮ ਵੀ ਲੋਕਾਂ ਦੇ ਵਾਸਤੇ ਜੰਜਾਲ ਬਣ ਗਿਆ, ਰਾਜਨੀਤੀ ਵੀ ਲੋਕਾਂ ਦੀ ਮੌਤ ਦਾ ਕਾਰਨ ਲੱਗੀ ਬਣਨ। ਫਿਰ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਹੋਕਾ ਦੇਣ ਵਾਸਤੇ ਉਦਾਸੀ ਦੀ ਪ੍ਰਥਾ ਆਰੰਭ ਕੀਤੀ ਸੀ। ਸਾਨੂੰ ਇਹ ਸਮਝ ਲੈਣਾ ਚਾਹੀਦਾ, ਉਦਾਸੀ ਕੀ ਰੀਤ ਜਿਹੜੀ ਏ, ਇਹ ਭਾਈ ਗੁਰਦਾਸ ਜੀ ਦੇ ਕਹਿਣ ਮੁਤਾਬਕ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਆਰੰਭ ਕੀਤੀ। ਉਸ ਤੋਂ ਪਹਿਲਾਂ ਵਿਰਕਤ ਅੱਖਰ ਵੀ ਹੈ ਸੀ। ਸਤਿਕਾਰਯੋਗ ਗਿਆਨੀ ਮਹਿਤਾਬ ਸਿੰਘ ਜੀ ਬੈਠੇ ਨੇ, ਇਹਨਾਂ ਦੇ ਬੈਠਿਆਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਵੇਂ ਕੋਈ ਉਸਤਾਦ ਪਿੱਛੇ ਬੈਠਾ ਹੋਵੇ ਤੇ ਆਪਣੇ ਵਿਦਿਆਰਥੀ ਨੂੰ ਆਖੇ, ਨਾ ਚੱਲ ਬੋਲ, ਅੱਜ ਮੈਂ ਵੇਖਦਾ ਤੂੰ ਕੀ ਕਰਦਾ। ਗੁਰੂ ਕੀ ਸਾਧ ਸੰਗਤ, ਗੁਰੂ ਨਾਨਕ ਦੇਵ ਜੀ ਦੇ ਇਸ ਅੱਖਰ ਦੇ ਪਹਿਲਾਂ ਤਿਆਗ ਦੀ ਗੱਲ ਆਉਂਦੀ ਹੈ, ਵਿਰਕਤਤਾ ਦੀ ਆਉਂਦੀ ਹੈ। ਉਦਾਸੀਨ ਜਿਹੜਾ ਅੱਖਰ ਹੈ, ਇਹ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਬਤ ਵਰਤਿਆ ਤੇ ਇਹ ਗੱਲ ਲਿਖੀ ਕਿ ਗੁਰੂ ਨਾਨਕ ਦੇਵ ਜੀ ਨੇ ਉਦਾਸੀ ਦੀ ਰੀਤ ਚਲਾਈ ਹੈ। ਹੁਣ ਇਸ ਰੀਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਲਖਤੇ ਜ਼ਿਕਰ ਬਾਬਾ ਸ਼੍ਰੀ ਚੰਦ ਜੀ, ਉਹਨਾਂ ਨੇ ਆਪਣਾ ਆਪ ਪਰਵਰਤ ਕੀਤਾ ਤੇ ਗੁਰੂ ਕੀ ਸਾਧ ਸੰਗਤ, ਇਹ ਰੀਤ ਸਦਾ ਸਥਾਪਿਤ ਹੋ ਗਈ। ਬੇਸ਼ੱਕ ਗੁਰੂ ਨਾਨਕ ਦੇਵ ਸਾਹਿਬ ਸੱਚੀ ਸਰਕਾਰ, ਉਹਨਾਂ ਨੇ 4 ਉਦਾਸੀਆਂ ਕੀਤੀਆਂ, ਪੂਰਬ, ਪੱਛਮ, ਉੱਤਰ ਤੇ ਦੱਖਣ ਦੀਆਂ 4 ਦਿਸ਼ਾਵਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਤੇ ਪਰਤ ਕੇ ਉਦਾਸੀ ਬਾਣਾ ਉਤਾਰ ਦਿੱਤਾ। ਪਰ ਬਾਬਾ ਸ਼੍ਰੀ ਚੰਦ, ਉਹਨਾਂ ਨੇ ਜਨਮ ਤੋਂ ਆਪਣੇ ਆਪ ਨੂੰ ਜਤੀ ਸਤੀ ਰੱਖਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਬਾਲ ਜਤੀ ਹੈ ਸ਼੍ਰੀ ਚੰਦ, ਬਾਬਾਣਾ ਦੇਹੁਰਾ ਬਣਾਇਆ। ਬਾਬਾ ਸ਼੍ਰੀ ਚੰਦ ਨਾ ਸਿਰਫ ਉਹ ਉਦਾਸੀ ਹੋਏ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵਿੱਚ ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਾਂਗੇ, ਗੁਰੂ ਕੀ ਸਾਧ ਸੰਗਤ, ਜਿੱਥੇ ਜਿੱਥੇ ਮੇਰਾ ਬਾਬਾ ਗੁਰੂ ਨਾਨਕ ਦੇਵ ਜੀ ਉਦਾਸੀ ਦੌਰਾਨ ਗਏ, ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਉਦਾਸੀ ਦੇ ਦੌਰਾਨ ਧਰਮਸ਼ਾਲਾਵਾਂ ਸਥਾਪਿਤ ਕੀਤੀਆਂ, ਸਤਿਕਾਰਯੋਗ ਬਾਬਾ ਸ਼੍ਰੀ ਚੰਦ ਜੀ ਉਹਨਾਂ ਸਾਰੇ ਅਸਥਾਨਾਂ ਦੇ ਉੱਤੇ ਪਹੁੰਚੇ ਤੇ ਉੱਥੇ ਧਰਮਸ਼ਾਲਾ ਜਿੱਥੇ ਨਹੀਂ ਸਨ ਸਥਾਪਿਤ ਕੀਤੀਆਂ, ਤੇ ਜਿੱਥੇ ਪਹਿਲਾਂ ਧਰਮਸ਼ਾਲਾਵਾਂ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਸੱਜਣ ਦੀ ਸਰਾਂ ਉਹਨੂੰ ਧਰਮਸ਼ਾਲ ਬਣਾਇਆ ਸੀ, ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾਵਾਂ ਬਣਾਈਆਂ ਸੀ, ਉਹਨਾਂ ਨੂੰ ਪ੍ਰਫੁੱਲਤ ਕੀਤਾ। ਗੁਰੂ ਕੀ ਸਾਧ ਸੰਗਤ, ਇਹ ਉਦਾਸੀ ਮਤ ਸਿੱਖੀ ਦੇ ਨਾਲ ਕਿੰਨਾ ਜੁੜ ਕੇ ਰਹੀ ਹੈ। ਅਸੀਂ ਕਦੀ ਤਵਾਰੀਖ ਨੂੰ, ਵਿਸ਼ਲੇਸ਼ਣ ਨੂੰ, ਇਸ ਨੂੰ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਅੰਦਰ ਧਾਰਨ ਕਰਨ ਦਾ ਯਤਨ ਤੇ ਕਰੀਏ ਖਾਂ। ਜਿਸ ਸਮੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਇਹ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਆਏ, ਬਾਠ ਸਾਹਿਬ ਦੀ ਧਰਤੀ ਤੇ, ਇਹਨਾਂ ਨੇ 6 ਮਹੀਨੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੀ ਸੰਗਤ ਇੱਥੇ ਕੀਤੀ। ਗੁਰੂ ਕੀ ਸਾਧ ਸੰਗਤ, ਇਸ ਤੋਂ ਵੀ ਪਹਿਲਾਂ ਬਾਬਾ ਸ਼੍ਰੀ ਚੰਦ ਜੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੀ ਸਰਕਾਰ ਨੂੰ ਮਿਲਦੇ ਨੇ ਤੇ ਇਹਨਾਂ ਨੇ ਇੱਕ ਸਵਾਲ ਅੰਦਰ ਦੇ ਵਲਵਲੇ ਵਿੱਚੋਂ ਪੈਦਾ ਹੋਇਆ ਤੇ ਸਵਾਲ ਕੀਤਾ ਕਿ ਪੁਰਖਾ ਇੰਨਾ ਦਾੜਾ ਕਿਉਂ ਵਧਾਇਆ। ਧੰਨ ਗੁਰੂ ਰਾਮਦਾਸ ਸੱਚੀ ਸਰਕਾਰ, ਸੋਢੀ ਸੁਲਤਾਨ, ਜਿਨ੍ਹਾਂ ਦਾ 22 ਤਰੀਕ ਨੂੰ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ। ਔਰ ਗੁਰੂ ਕੀ ਸਾਧ ਸੰਗਤ, ਕਮਾਲ ਦੀ ਗੱਲ ਇਹ ਹੈ ਕਿ ਅੱਜ ਦਾ ਇਹ ਗੁਰਮਤਿ ਸਮਾਗਮ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਵੀ ਸਮਰਪਿਤ ਹੈ। ਬਾਬਾ ਸ਼੍ਰੀ ਚੰਦ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿਣ ਲੱਗੇ, ਪੁਰਖਾ ਇੰਨਾ ਦਾੜਾ ਕਿਉਂ ਵਧਾਇਆ? ਤੇ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਜਵਾਬ ਦਿੱਤਾ ਸੀ, ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ। ਇਹਨੂੰ ਤੁਸੀਂ ਇੱਕ ਨੁਕਤਾ ਤੇ ਅਸੀਂ ਨਿਮਰਤਾ ਦਾ ਲਾਂਗੇ, ਦੂਸਰਾ ਨੁਕਤਾ ਕਦੀ ਸਤਿਕਾਰ ਦਾ ਵੀ ਲੈ ਕੇ ਵੇਖੋ ਨਾ ਕਿ ਇਸ ਸੰਪਰਦਾ ਦਾ, ਇਸ ਵਿਚਾਰਧਾਰਾ ਦਾ ਗੁਰੂ ਨਾਨਕ ਦੇ ਘਰ ਅੰਦਰ ਸਤਿਕਾਰ ਕਿੰਨਾ ਸੀ। ਕਿ ਬਾਬਾ ਸ਼੍ਰੀ ਚੰਦ ਜੀ
ਗੁਰੂ ਨਾਨਕ ਦੇ ਗੱਦੀ ਨਸ਼ੀਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਪੁੱਛਦੇ ਹੁਣ ਦਾੜਾ ਕਿਉਂ ਵਧਾਇਆ ਹੈ? ਤੇ ਸਤਿਗੁਰੂ ਅੱਗੋਂ ਨਿਮਰਤਾ ਦੇ ਨਾਲ ਕਹਿਣ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ। ਤੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੇ ਨੇਤਰਾਂ ਦੇ ਵਿੱਚ ਵੈਰਾਗ ਆਇਆ ਤੇ ਕਹਿਣ ਲੱਗੇ ਕਿ ਪੁਰਖਾ ਸੇਵਾ ਕਰਕੇ ਮੇਰੇ ਪਿਤਾ ਦੇ ਕੋਲੋਂ ਅੰਗਦ ਜੀ ਉਹ ਗੁਰਤਾ ਗੱਦੀ ਲੈ ਗਏ ਨੇ, ਅਮਰਦਾਸ ਜੀ ਦੇ ਘਰ ਵਿੱਚੋਂ ਤੁਸੀਂ ਨਿਮਰਤਾ ਦੇ ਨਾਲ ਗੱਦੀ ਪ੍ਰਾਪਤ ਕਰ ਲਈ ਹੈ। ਕਿੰਨਾ ਉਹਨਾਂ ਦਾ ਸਨੇਹ ਹੋਏਗਾ। ਗੁਰੂ ਕੀ ਸਾਧ ਸੰਗਤ ਇੱਥੇ ਬਸ ਨਹੀਂ, ਉਹਨਾਂ ਨੇ ਕਿਹਾ ਇਹ ਜਿਹੜਾ ਤੁਸੀਂ ਤਾਲ ਅੰਮ੍ਰਿਤਸਰ ਖਦਵਾ ਰਹੇ ਹੋ ਨਾ, ਸੱਚ ਜਾਣਿਓ ਅਸੀਂ ਆਪਣੀ ਤਵਾਰੀਖ ਚੋਂ ਪੜ੍ਹਦੇ, ਕਹਿੰਦੇ ਤੁਮਰੇ ਸਰ ਮੈਂ ਜੋ ਮੱਝੈ ਪਾਪੀ ਪੀ ਗਤ ਪਾਏ। ਤੁਹਾਡੇ ਸਰੋਵਰ ਦੇ ਵਿੱਚ ਆ ਕੇ ਕੋਈ ਪਾਪੀ ਵੀ ਇਸ਼ਨਾਨ ਕਰ ਲੇ ਤੇ ਉਹਦੇ ਪਾਪ ਧੋਤੇ ਜਾਣਗੇ। ਇਹ ਆਸ਼ੀਰਵਾਦ ਉਸ ਸਰੋਵਰ ਨੂੰ ਸਤਿਕਾਰਯੋਗ ਬਾਬਾ ਸ਼੍ਰੀ ਚੰਦ ਜੀ ਦੇ ਰਹੇ ਨੇ। ਬਾਬਾ ਸ਼੍ਰੀ ਚੰਦ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਦੇ ਪਾਸ ਬਾਠ ਸਾਹਿਬ ਆ ਕੇ 6 ਮਹੀਨੇ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਆਏ ਤੇ ਉਹਨਾਂ ਨੂੰ ਇੱਕ ਸਵਾਲ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ, ਕਹਿਣ ਲੱਗੇ ਪੁੱਤਰ ਕਿੰਨੇ ਜੀ? ਤੇ ਅੱਗੋਂ ਜਵਾਬ ਦਿੱਤਾ ਮਹਾਂਪੁਰਖੋ ਪੁੱਤਰ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚੋਂ 5 ਪ੍ਰਾਪਤ ਹੋਏ ਨੇ। ਤੇ ਬਾਬਾ ਸ਼੍ਰੀ ਚੰਦ ਜੀ ਨੇ ਅਗਲਾ ਸਵਾਲ ਕੀਤਾ ਕਿ ਫਿਰ ਮੇਰੇ ਕਿੰਨੇ? ਕਹਿਣ ਲੱਗੇ ਵੱਡੀਆਂ ਦਾਤਾਂ ਵਾਲਿਓ ਸਾਰੇ ਦੇ ਸਾਰੇ ਤੁਹਾਡੇ। ਕਹਿਣ ਲੱਗੇ ਇੱਕ ਮੈਨੂੰ ਦੇ ਦਿਓ। ਕਹਿਣ ਲੱਗੇ ਵੱਡਾ ਤੁਸੀਂ ਲੈ ਲਓ ਬਾਬਾ ਗੁਰਦਿੱਤਾ ਜੀ। ਉਹਨਾਂ ਦੀ ਬਾਬਤ ਜਦੋਂ ਅਸੀਂ ਤਵਾਰੀਖ ਪੜਾਂਗੇ, ਮੈਂ ਟੂਕ ਮਾਤਰ ਦ੍ਰਿਸ਼ਟਾਂਤ ਆਪ ਜੀ ਦੀ ਖਿਦਮਤ ਅੰਦਰ ਸਾਂਝਾ ਕਰ ਰਿਹਾ। ਗੁਰੂ ਕੀ ਸਾਧ ਸੰਗਤ ਬਾਬਾ ਗੁਰਦਿੱਤਾ ਜੀ, ਉਹਨਾਂ ਦਾ ਚਿਹਰਾ ਮੂਹਰਾ, ਉਹਨਾਂ ਦਾ ਮਹਾਂਦਰਾ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਦਾ ਜੁਲਦਾ ਸੀ। ਹੋਰ ਕਮਾਲ ਦੀ ਗੱਲ ਇਹ ਕਿ ਡੇਰਾ ਸਾਹਿਬ ਬਟਾਲੇ ਦੀ ਧਰਤੀ ਤੇ ਗੁਰੂ ਨਾਨਕ ਦੇਵ ਸਾਹਿਬ ਵਿਆਹੁਣ ਵਾਸਤੇ ਆਏ ਸਨ, ਔਰ ਗੁਰਦੁਆਰਾ ਸੱਤ ਕਰਤਾਰੀਆਂ ਸਾਹਿਬ ਬਟਾਲੇ ਇੱਥੇ ਬਾਬਾ ਗੁਰਦਿੱਤਾ ਜੀ ਵਿਆਹੁਣ ਵਾਸਤੇ ਆਏ ਸਨ। ਬਾਬਾ ਗੁਰਦਿੱਤਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਪੁੱਤਰ ਇਹਨਾਂ ਨੂੰ ਭੇਟ ਕਰ ਦਿੱਤਾ। ਕਿੰਨੀ ਨੇੜਤਾ ਹੋਏਗੀ ਉਦਾਸੀ ਸੰਪਰਦਾ ਦੀ। ਗੁਰੂ ਘਰ ਦਾ ਫਰਜ਼ੰਦ ਗੁਰੂ ਹਰਗੋਬਿੰਦ ਸਾਹਿਬ ਦਾ ਵੱਡਾ ਪੁੱਤਰ ਉਦਾਸੀ ਸੰਪਰਦਾ ਦੇ ਵਿੱਚ ਧੂਣੇ ਦੇ ਉੱਪਰ ਜਾ ਕੇ ਇਹ ਉਦਾਸੀ ਮਤ ਦੇ ਮੁਖੀ ਵਜੋਂ ਸੇਵਾ ਕਰ ਰਿਹਾ। 4 ਬਖਸ਼ਿਸ਼ਾਂ ਕੀਤੀਆਂ ਤੇ 4 ਧੂਣੇ ਸਥਾਪਿਤ ਇਹਨਾਂ ਵੱਲੋਂ ਕੀਤੇ ਗਏ। ਹੁਣ ਇੱਕ ਪਾਸਾ ਹੈ ਉਦਾਸੀ ਸੰਪਰਦਾ ਦਾ ਗੁਰੂ ਕੀ ਸਾਧ ਸੰਗਤ, ਜਿੱਥੇ ਬਾਬਾ ਗੁਰਦਿੱਤਾ ਜੀ ਉਹ ਗੱਦੀ ਨਸ਼ੀਨ ਨੇ। ਦੂਜਾ ਪਾਸਾ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ ਦਾ, ਜਿੱਥੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰ ਰਾਏ ਸਾਹਿਬ ਉਹ ਗੁਰਤਾ ਗੱਦੀ ਉੱਤੇ ਬਿਰਾਜਮਾਨ ਨੇ। ਇੱਕ ਪਾਸੇ ਪਿਤਾ ਹੈ ਉਹ ਉਦਾਸੀ ਸੰਪਰਦਾ ਦੇ ਮੁਖੀ ਨੇ, ਇੱਕ ਪਾਸੇ ਉਹਨਾਂ ਦਾ ਪੁੱਤਰ ਗੁਰੂ ਘਰ ਦਾ ਉਹ ਗੱਦੀ ਨਸ਼ੀਨ ਗੁਰੂ ਪਦਵੀ ਦੇ ਉੱਪਰ ਬਿਰਾਜਮਾਨ ਹੈ। ਅਸੀਂ ਕਿਵੇਂ ਕਹਿ ਸਕਦੇ ਹਾਂ ਉਦਾਸੀ ਸੰਪਰਦਾ ਸਿੱਖੀ ਤੋਂ ਦੂਰ ਹੈ? ਇਹ ਤੇ ਨਾਲ ਨਾਲ ਚੱਲਣ ਵਾਲਾ, ਇੱਕ ਘਰ ਦੇ ਵਿੱਚ 2 ਬਖਸ਼ਿਸ਼ਾਂ ਚੱਲ ਰਹੀਆਂ ਨੇ ਇਕੱਠੀਆਂ। ਗੁਰੂ ਕੀ ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਵੱਡੇ ਭਰਾਤਾ ਨੇ ਬਾਬਾ ਗੁਰਦਿੱਤਾ ਜੀ, ਉਹ ਗੁਰਤਾ ਗੱਦੀ ਉੱਪਰ ਨਸ਼ੀਨ ਹੋਏ ਤੇ ਬਾਬਾ ਗੁਰਦਿੱਤਾ ਜੀ ਉਹ ਸੰਪਰਦਾ ਦੇ ਉਦਾਸੀ ਸੰਪਰਦਾ ਦੇ ਮੁਖੀ ਰਹੇ। ਇਹਨਾਂ ਉਦਾਸੀ ਸਾਧੂਆਂ ਨੇ ਸਿੱਖੀ ਦੀ ਕਿੰਨੀ ਕੁ ਸੇਵਾ ਕੀਤੀ। ਗੁਰੂ ਕੀ ਸਾਧ ਸੰਗਤ ਤਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਖੁਦਵਾਇਆ ਸੀ। ਆਪ ਜੀ ਨੂੰ ਇਲਮ ਹੋਏਗਾ ਕਿ ਇਹ ਤਾਲ ਦੇ ਵਿੱਚ ਨਿਰਮਲ ਜਲ ਭੇਜਣ ਦੀ ਸੇਵਾ ਇਹ ਉਦਾਸੀ ਸਾਧੂਆਂ ਨੇ ਕੀਤੀ। ਪਠਾਨਕੋਟ ਤੋਂ ਰਾਵੀ ਤੋਂ ਇਹਨਾਂ ਨੇ ਹੰਸਲੀ ਪੁੱਟੀ ਔਰ ਅੰਮ੍ਰਿਤਸਰ ਤੱਕ ਲਿਜਾ ਕੇ ਹੰਸਲੀ ਦੇ ਰਾਹੀਂ ਜਲ ਇਹ ਅੰਮ੍ਰਿਤ ਸਰੋਵਰ ਵਿੱਚ ਪਾਇਆ, ਜਿਸ ਅੰਮ੍ਰਿਤ ਸਰੋਵਰ ਬਾਬਤ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਸਨ ਤੇਰੇ ਸਰ ਮੈਂ ਜੋ ਮੱਝੈ ਪਾਪੀ ਪੀ ਗਤ ਪਾਏ। ਉਹ ਸਰੋਵਰ ਦੇ ਵਿੱਚ ਜਲ ਪਾਉਣ ਦੀ ਸੇਵਾ ਵੀ ਉਦਾਸੀਆਂ ਨੇ ਕੀਤੀ। ਉਦਾਸੀ ਮਹਾਂਪੁਰਖਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਜੇ ਇੰਜ ਕਹਿ ਲਈਏ 1925 ਤੱਕ ਪ੍ਰਚਾਰ ਹੀ ਇਹਨਾਂ ਨੇ ਕੀਤਾ ਤੇ ਕੋਈ ਅਤਕਥਨੀ ਨਹੀਂ। ਗੁਰੂ ਕੀ ਸਾਧ ਸੰਗਤ ਫਿਰ ਦੂਸਰਾ ਪਾਸਾ ਹੈ ਜਿਹੜਾ ਉਦਾਸੀਨਤਾ ਦੇ ਵਿੱਚ ਰਹਿ ਕੇ, ਉਪਰਾਮਤਾ ਦੇ ਵਿੱਚ ਰਹਿ ਕੇ, ਚਾਹੇ ਉਹ ਗ੍ਰਸਤ ਵਿੱਚ ਹੈ, ਚਾਹੇ ਉਹ ਉਦਾਸੀਨ ਹੋ ਗਿਆ ਘਰ-ਬਾਰ ਤਿਆਗ ਕੇ ਤੇ ਉਹਨੇ ਉਦਾਸੀਨਤਾ ਧਾਰਨ ਕਰ ਲਈ, ਜਾਂ ਸਿੱਖੀ ਦੇ ਵਿੱਚ ਰਹਿ ਕੇ ਉਪਰਾਮ ਹੋ ਜਾਏ। ਮੈਂ ਇੱਕ ਟੂਕ ਮਾਤਰ ਆਪ ਜੀ ਦੇ ਨਾਲ ਇਤਿਹਾਸ ਦਾ ਪੰਨਾ ਸਾਂਝਾ ਕਰਕੇ ਤੇ ਖਿਮਾ ਦਾ ਜਾਚਕ ਹੋ ਜਾਵਾਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਗੁਰਤਾ ਗੱਦੀ ਉੱਤੇ ਨਸ਼ੀਨ ਨੇ। ਸਿੱਖਾਂ ਦੇ 9ਵੇਂ ਗੁਰੂ ਵਜੋਂ ਸਿੱਖਾਂ ਨੇ ਇਹਨਾਂ ਦੀ ਖਿਦਮਤਦਾਰੀ, ਇਹਨਾਂ ਦੇ ਹੁਕਮ ਦੀ ਪਾਲਣਾ ਕਰਨੀ ਆਰੰਭ ਕਰ ਦਿੱਤੀ। ਗੁਰੂ ਕੀ ਸਾਧ ਸੰਗਤ ਉਧਰ ਬਿਹਾਰ ਦੀ ਧਰਤੀ ਤੇ ਇੱਕ ਨਗਰ ਹੈ ਸਸਰਾਮ। ਸਸਰਾਮ ਦੇ ਵਿੱਚ ਇੱਕ ਬੜੀ ਭਾਵਨਾ ਵਾਲਾ ਸਿੱਖ ਪ੍ਰਚਾਰਕ ਰਹਿੰਦਾ ਹੈ।
ਉਹਨੇ ਪਰਿਵਾਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਇੰਨੀ ਉਪਰਾਮਤਾ ਹਾਸਲ ਕਰ ਲਈ, ਇੰਨਾ ਤਿਆਗ ਉਹਦੇ ਅੰਦਰ ਆ ਗਿਆ, ਉਹ ਹਰ ਪਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਹੈ। ਜਿਵੇਂ ਇੱਕ ਉਦਾਸੀ ਹੋ ਜਾਂਦਾ ਹੈ ਨਾ, ਉਹ ਉਦਾਸੀਨਤਾ ਧਾਰਨ ਕਰਕੇ ਤੇ ਉਹ ਭਜਨ ਬੰਦਗੀ ਇਬਾਦਤ ਨੂੰ ਸਮਰਪਿਤ ਹੋ ਜਾਂਦਾ ਹੈ। ਆਪਣੇ ਧੂਣੇ ਦੇ ਉੱਤੇ ਬੈਠਦਾ ਹੈ ਤੇ ਸਾਰਾ ਦਿਨ ਤੇ ਕਈ ਪਹਿਰ ਉਹ ਲਗਾਤਾਰ ਇਬਾਦਤ ਅੰਦਰ ਜੁੜਿਆ ਰਹਿੰਦਾ। ਫਿਰ ਇਸ ਤਰ੍ਹਾਂ ਦੇ ਮੇਲੇ ਲੱਗਦੇ ਨੇ, ਫਿਰ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਨੇ। ਸਾਰਾ ਸੰਸਾਰ ਮਰਦਾ ਹੈ। ਗੁਰੂ ਕੀ ਸਾਧ ਸੰਗਤ, ਮੈਂ ਇਹਨਾਂ ਲਫ਼ਜ਼ਾਂ ਦੀ ਖਿਮਾ ਮੰਗਦਾ, ਇੱਥੇ ਸੰਸਾਰ ਦੇ ਵਿੱਚ ਆਉਣ ਵਾਲਾ ਹਰ ਜੀ ਇੱਥੋਂ ਮਰਨਾ ਹੈ। ਇੱਥੇ ਆਇਆ ਸਭ ਕੋ ਜਾਸੀ, ਰਹਿਣਾ ਤੇ ਕਿਸੇ ਨਹੀਂ। ਕਿੰਨਿਆਂ ਕੁ ਨੂੰ ਯਾਦ ਕੀਤਾ ਜਾਂਦਾ ਹੈ, ਕਿੰਨਿਆਂ ਕੁ ਦੇ ਦਿਨਾਂ ਤੇ ਅਸੀਂ ਇਸ ਤਰ੍ਹਾਂ ਆਪਣੇ ਘਰਾਂ ਦੇ ਰੁਝੇਵੇਂ ਛੱਡ ਕੇ ਬੈਠਦੇ ਹਾਂ, ਕਿਸੇ ਵਾਸਤੇ ਛੱਡੇ ਨਹੀਂ ਜਾਂਦੇ। ਅਸੀਂ ਤੇ ਰਿਸ਼ਤੇਦਾਰਾਂ ਨੂੰ ਕਹਿ ਦਿੰਦੇ ਹਾਂ ਕਿ ਸਾਡੇ ਘਰਾਂ ਦੇ ਕੰਮ ਬੜੇ ਵੇਖੋ ਜੀ, ਆਇਆ ਨਹੀਂ ਜਾਂਦਾ। ਅੱਜ ਬੈਠੇ ਕਿ ਨਹੀਂ ਇੱਥੇ ਆ ਕੇ ਸਾਰੇ, ਕਿਹਦੇ ਘਰ ਅੰਦਰ ਕਾਰਜ ਨਹੀਂ? ਅਸੀਂ ਸਾਰਿਆਂ ਨੇ ਆਪਣੇ ਕਾਰਜ ਇਸ ਕਰਕੇ ਰੋਕੇ ਨੇ ਕਿਉਂਕਿ ਅਸੀਂ ਇਬਾਦਤ ਦੀ ਕਣੀ ਲੈਣ ਵਾਸਤੇ ਆਏ ਹਾਂ। ਜਿਨ੍ਹਾਂ ਨੇ ਇਬਾਦਤ ਕੀਤੀ, ਜਿਨ੍ਹਾਂ ਨੇ ਭਗਤੀ ਕੀਤੀ, ਉਹਨਾਂ ਪਾਸੋਂ ਬਖਸ਼ਿਸ਼ਾਂ ਲੈਣ ਵਾਸਤੇ ਆਏ ਹਾਂ। ਗੁਰੂ ਕੀ ਸਾਧ ਸੰਗਤ, ਇਹ ਬਖਸ਼ਿਸ਼ ਪ੍ਰਾਪਤ ਹੋਈ ਸਸਰਾਮ ਦੇ, ਬਿਹਾਰ ਦੇ ਸਸਰਾਮ ਅੰਦਰ ਰਹਿਣ ਵਾਲੇ ਇੱਕ ਸਿੱਖ ਦੇ ਉੱਤੇ। ਤੇ ਇਸ ਸਿੱਖ ਨੇ ਹਰ ਵਕਤ ਇਬਾਦਤ ਅੰਦਰ, ਸਿੱਖੀ ਦੇ ਪ੍ਰਚਾਰ ਪ੍ਰਸਾਰ ਅੰਦਰ ਬਤੀਤ ਕਰਨਾ ਆਰੰਭ ਕਰ ਦਿੱਤਾ। ਜਿਸ ਘਰ ਅੰਦਰ ਜਾਣਾ, ਉਸ ਘਰ ਦੀ ਬੀਬੀ ਨੂੰ ਕਹਿਣਾ, ਭੈਣ ਆਪਣੇ ਘਰ ਅੰਦਰ ਗੁਰੂ ਨਾਨਕ ਦੀ ਜਪਜੀ ਪੜ੍ਹਿਆ ਕਰ। ਜਿਸ ਵੀਰ ਨੂੰ ਮਿਲਣਾ, ਉਹਨੂੰ ਕਹਿਣਾ, ਸੱਜਣਾ ਕਿਰਤ ਵਿਹਾਰ ਕਰਦਿਆਂ ਗੁਰੂ ਨਾਨਕ ਦੀ ਜਪਜੀ ਪੜ੍ਹਿਆ ਕਰ। ਤੇ ਨਾਲ ਇਸ ਸਿੱਖ ਨੇ ਸਿੱਖੀ ਦੇ ਘਰ, ਸਿੱਖਾਂ ਦੇ ਘਰਾਂ ਵਿੱਚੋਂ ਦਸਵੰਧ ਭੇਟਾ ਇਕੱਤਰ ਕਰਨੀ ਤੇ ਹੁੰਡੀ ਕਰਕੇ ਗੁਰੂ ਘਰ ਤੱਕ ਪਹੁੰਚਾ ਦੇਣੀ। ਜਿਵੇਂ ਅਸੀਂ ਅੱਜ ਕੱਲ੍ਹ ਮਨੀ ਟਰਾਂਸਫਰ ਕਰਦੇ ਹਾਂ, ਪੁਰਾਣੇ ਸਮਿਆਂ ਵਿੱਚ ਇਸ ਸਿਲਸਿਲੇ ਨੂੰ ਹੁੰਡੀ ਕਰਨਾ ਕਿਹਾ ਜਾਂਦਾ ਸੀ। ਹੁੰਡੀ ਕਰਕੇ ਤੇ ਗੁਰੂ ਘਰ ਤੱਕ ਇਸ ਸਿੱਖ ਨੇ ਪਹੁੰਚਾਉਣੀ। ਗੁਰੂ ਕੀ ਸਾਧ ਸੰਗਤ, ਅੰਦਰ ਦੀ ਭਾਵਨਾ ਇਹਨੇ ਇਹ ਰੱਖੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਮੇਰੇ ਘਰ ਵਿੱਚ ਆਉਣਗੇ। ਘਰ ਦੀ ਇਹਨੇ ਚਾਰ ਦੀਵਾਰੀ ਕਰਾਉਣੀ ਸ਼ੁਰੂ ਕੀਤੀ। ਗੁਰੂ ਕੀ ਸਾਧ ਸੰਗਤ, ਇਹਨੇ ਬੜੇ ਉਤਸ਼ਾਹ ਦੇ ਨਾਲ ਚਾਰ ਦੀਵਾਰੀ ਕਰਾਈ ਤੇ ਵਾਰ-ਵਾਰ ਆਖੇ ਕਿ ਮੇਰੇ ਘਰ ਦਾ ਦਰਵਾਜ਼ਾ ਸੱਜਣੋ ਇਹ ਛੋਟਾ ਨਾ ਰੱਖਿਓ, ਮੇਰੇ ਘਰ ਦਾ ਦਰਵਾਜ਼ਾ ਇੰਨਾ ਵੱਡਾ ਰੱਖਿਓ ਕਿ ਜਿਸ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਮੇਰੇ ਘਰ ਆਉਣ ਨਾ, ਉਸ ਦਿਨ ਇਹਨਾਂ ਨੂੰ ਉਤਰ ਕੇ ਮੇਰੇ ਘਰ ਨਾ ਜਾਣਾ ਪਏ ਘੋੜੇ ਤੋਂ, ਘੋੜੇ ਤੇ ਚੜੇ ਚੜਾਏ ਮੇਰੇ ਘਰ ਦੇ ਵਿਹੜੇ ਵਿੱਚ ਆਉਣ। ਅੰਦਰ ਦੀ ਸਿੱਖ ਦੀ ਭਾਵਨਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਘੋੜੇ ਤੋਂ ਉਤਰ ਕੇ ਨਾ ਜਾਣ, ਮਤਾ ਮੇਰੇ ਘਰ ਦਾ ਦਰਵਾਜ਼ਾ ਛੋਟਾ ਹੋਵੇ। ਇਹਨੇ ਵੱਡਾ ਦਰਵਾਜ਼ਾ ਲਗਾਇਆ ਤੇ ਗਲੀ ਗਵਾਂਢ ਵਾਲੇ ਕਹਿਣ ਕਿ ਫੱਗੂ ਵੇਖ, ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਪੰਜਾਬ 'ਚ ਰਹਿੰਦੇ ਨੇ, ਤੂੰ ਇੱਥੇ ਵੱਡੇ ਦਰਵਾਜ਼ੇ ਲਵਾ ਰਿਹਾ। ਇੱਥੇ ਵੱਡੇ ਦਰਵਾਜ਼ੇ ਲਾਉਣ ਦਾ ਮਤਲਬ ਕੀ? ਪੰਜਾਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਆਉਣ ਦੀ ਕੋਈ ਅਜੇ ਵਿਉਂਤਬੰਦੀ ਸਾਡੇ ਸਾਹਮਣੇ ਆਈ ਨਹੀਂ, ਤੇਰੇ ਘਰ ਵਿੱਚ ਕਿਵੇਂ ਆਉਣਗੇ? ਇੱਥੋਂ ਤੱਕ ਕਿ ਕਾਰੀਗਰ ਵੀ ਕਹਿੰਦੇ ਨੇ ਕਿ ਫੱਗੂ ਜੀ ਇਸ ਇਲਾਕੇ ਦੇ ਵਿੱਚ ਐਡਾ ਵੱਡਾ ਦਰਵਾਜ਼ਾ ਕਿਸੇ ਲਾਇਆ ਨਹੀਂ, ਤੁਸੀਂ ਪੱਕਾ ਯਕੀਨ ਕਰ ਲਿਆ, ਪੱਕਾ ਵਿਚਾਰ ਬਣਾ ਲਿਆ ਕਿ ਦਰਵਾਜ਼ਾ ਵੱਡਾ ਹੀ ਲਾਉਣਾ। ਕਹਿੰਦਾ ਜਦੋਂ ਵੱਡਿਆਂ ਦੇ ਨਾਲ ਲਾ ਲਈਏ ਨਾ, ਉਦੋਂ ਘਰਾਂ ਦੇ ਦਰਵਾਜ਼ੇ ਵੀ ਵੱਡੇ ਰੱਖੇ ਜਾਂਦੇ ਨੇ। ਅਸੀਂ ਵੀ ਵੱਡਿਆਂ ਦੇ ਘਰਾਂ ਵਿੱਚ ਆ ਕੇ ਬੈਠੀਆਂ ਨਾ ਸਾਧ ਸੰਗਤ, ਇਸ ਕਰਕੇ ਦਿਲਾਂ ਦੇ ਦਰਵਾਜ਼ੇ ਵੀ ਵੱਡੇ ਰੱਖਣੇ ਚਾਹੀਦੇ ਨੇ। ਉਹ ਕਹਿੰਦਾ ਜਦੋਂ ਵੱਡਿਆਂ ਦੇ ਨਾਲ ਲਾਈਏ ਨਾ, ਅੰਦਰ ਦੀ ਇੰਨੀ ਅਕੀਦਤ ਪੱਕੀ ਹੋ ਗਈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹ ਮੇਰੇ ਘਰ ਵਿੱਚ ਅਵਸ਼ ਆਉਣਗੇ, ਉਹਨਾਂ ਨੇ ਆਉਣਾ ਹੀ ਆਉਣਾ। ਗੁਰੂ ਕੀ ਸਾਧ ਸੰਗਤ, ਫਿਰ ਮੇਰੇ ਬਾਬੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਦੀ ਕੀਤੀ ਯਾਤਰਾ ਸ਼ੁਰੂ। ਗੁਰੂ ਕੀ ਸਾਧ ਸੰਗਤ ਸਿੱਖਾਂ ਦੇ ਨਾਲ ਸਵਾਰ ਹੋਏ ਤੇ ਸਿੱਧਾ ਭਾਈ ਫੱਗੂ ਦੇ ਘਰ ਦੇ ਅੰਦਰ ਘੋੜੇ ਤੇ ਸਵਾਰ ਹੋ ਕੇ ਅੰਦਰ ਚਲੇ ਗਏ। ਔਰ ਇਹਦੀ ਇੱਕ ਇਹ ਵੀ ਵਿਸ਼ੇਸ਼ਤਾ ਕਿ ਇਹਨੇ ਕਦੀ ਆਪਣੇ ਘਰ ਦਾ ਦਰਵਾਜ਼ਾ ਬੰਦ ਹੀ ਨਹੀਂ ਸੀ ਕੀਤਾ। ਦਰਵਾਜ਼ਾ ਲਵਾਇਆ ਜ਼ਰੂਰ ਵੱਡਾ, ਪਰ ਬੰਦ ਨਹੀਂ ਸੀ ਕਰਦਾ। ਪਤਾ ਨਹੀਂ ਕਿਹੜੇ ਵੇਲੇ ਮੇਰੇ ਮਾਲਕ ਜੀ ਨੇ ਆ ਜਾਣਾ। ਕਿੰਨੀ ਸ਼ਰਧਾ ਹੈ, ਕਿੰਨਾ ਗੁਰੂ ਘਰ ਦੇ ਨਾਲ ਇਹਦਾ ਪਿਆਰ ਹੈ। ਗੁਰੂ ਕੀ ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਘੋੜੇ ਤੇ ਸਵਾਰ ਹੋ ਕੇ ਸਿੱਧਾ ਚਾਚੇ ਫੱਗੂ ਦੇ ਘਰ ਦੇ ਵਿਹੜੇ ਵਿੱਚ ਗਏ ਤੇ ਇਹਨੇ ਵੇਖਿਆ ਢਾਕ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਲਵਾਰ ਲਟਕਦੀ ਹੈ। ਪਛਾਣਨ ਦੇ ਵਿੱਚ ਦੇਰੀ ਨਹੀਂ ਕੀਤੀ। ਇਹੀ ਗੁਰੂ ਨਾਨਕ ਦੇ ਸਿੱਖ ਦੇ ਜੀਵਨ ਦੀ ਮਹਾਨਤਾ ਹੈ। ਗੁਰੂ ਕੀ ਸਾਧ ਸੰਗਤ, ਕਿੰਨੀ ਵੀ ਵੱਡੀ ਭੀੜ ਹੋਵੇ ਤੇ ਗੁਰੂ ਕਾ ਸਿੱਖ ਆਪਣੇ ਗੁਰੂ ਦੇ ਸ਼ਬਦ ਨੂੰ ਐਵੇਂ ਪਛਾਣਦਾ ਜਿਵੇਂ ਇੱਕ ਹੰਸ ਉਹ ਦੁੱਧ ਦੇ ਵਿੱਚੋਂ ਪਾਣੀ ਤੇ ਫੁੱਟੀਆਂ ਵੱਖਰੀਆਂ ਵੱਖਰੀਆਂ ਕਰਕੇ ਚੁਣ ਲੈਂਦਾ। ਐਵੇਂ ਦੀ ਮਹਾਨਤਾ ਹੁੰਦੀ ਹੈ ਸਿੱਖ ਦੇ ਜੀਵਨ ਅੰਦਰ।
ਵੇਖਿਆ ਕਿ ਘੋੜ ਸਵਾਰ ਸਿੱਖ ਆਏ ਨੇ, ਘੋੜੇ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਨੇ। ਇਹਨਾਂ ਨੇ ਉਸੇ ਵੇਲੇ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘੋੜੇ ਤੇ ਸਵਾਰ ਉਹਨਾਂ ਦੇ ਚਰਨ ਪਕੜੇ ਤੇ ਨੇਤਰਾਂ ਦੇ ਨੀਰ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਧੋ ਦਿੱਤੇ। ਕਹਿੰਦੇ ਸਾਰੇ ਕਹਿੰਦੇ ਸੀ ਨਹੀਂ ਆਉਣਾ, ਗੁਰੂ ਪੰਜਾਬ ਰਹਿੰਦਾ ਹੈ, ਮੈਂ ਬਿਹਾਰ ਵਿੱਚ ਰਹਿਣਾ ਹਾਂ, ਕਿੱਥੇ ਏਡੀ ਦੂਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਆਓਗੇ। ਪਰ ਮੇਰੇ ਅੰਦਰ ਦਾ ਵਿਸ਼ਵਾਸ ਕਦੀ ਡੋਲਿਆ ਨਹੀਂ, ਮੇਰੇ ਅੰਦਰ ਇਹ ਦ੍ਰਿੜਤਾ ਰਹੀ ਕਿ ਸਿੱਖ ਦਾ ਭਰੋਸਾ ਹੋਵੇ ਤੇ ਗੁਰੂ ਆਏ ਨਾ, ਆਖਰ ਤੁਸੀਂ ਆ ਹੀ ਗਏ ਨਾ। ਗੁਰੂ ਕੀ ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਵਾਲ ਕੀਤਾ, ਕਹਿਣ ਲੱਗੇ ਕਿ ਫੱਗੂ ਤੂੰ ਇਸ ਵਾਰੀ ਦੀ ਕਾਰ ਭੇਟਾ ਭੇਜੀ ਨਹੀਂ। ਕਹਿਣ ਲੱਗਾ ਸਤਿਗੁਰੂ ਜੀ ਇਸੇ ਕਰਕੇ ਨਹੀਂ ਭੇਜੀ ਕਿਉਂਕਿ ਮਨ ਦੀ ਬੇਬਲਤਾ ਇੰਨੀ ਜ਼ਿਆਦਾ ਵੱਧ ਗਈ ਸੀ, ਹੁਣ ਤੇ ਰਿਹਾ ਹੀ ਨਹੀਂ ਸੀ ਜਾਂਦਾ, ਬਸ ਮਨ ਅੰਦਰ ਇਹ ਸਲਾਹ ਕਰ ਲਈ ਆਓਗੇ ਤੇ ਦਿਆਂਗਾ। ਇਕੱਲੇ ਘਰ ਦੀ ਕਹਿੰਦਾ ਮੈਂ ਗੁਠਲੀ ਬੰਨ੍ਹ ਕੇ ਰੱਖੀ ਹੋਈ ਹੈ, ਪਰ ਮੇਰੇ ਅੰਦਰ ਦੀ ਇਹ ਲਾਲਸਾ ਸੀ, ਇਹ ਭਾਵਨਾ ਸੀ ਕਿ ਆਓਗੇ ਤੇ ਮੈਂ ਉਹ ਕਾਰ ਭੇਟਾ ਦਿਆਂਗਾ, ਇਸ ਵਾਰੀ ਮੈਂ ਹੁੰਡੀ ਨਹੀਂ ਕਰਨੀ। ਅੱਜ ਤੁਸੀਂ ਆ ਗਏ ਨਾ, ਲਾਲਸਾ ਮੇਰੀ ਮੇਰੇ ਅੰਦਰ ਦੀ ਭਾਵਨਾ ਨੂੰ ਵੇਖ ਕੇ ਅੰਦਰ ਗਿਆ। ਆਸ-ਪਾਸ ਦੀ ਸੰਗਤ ਇਕੱਤਰ ਹੋਣੀ ਸ਼ੁਰੂ ਹੋਈ। ਅੰਦਰੋਂ ਜਾ ਕੇ ਉਹ ਸਾਰੀਆਂ ਥੈਲੀਆਂ ਚੁੱਕ ਕੇ ਲਿਆਇਆ, ਜਿਸ ਘਰ ਵਿੱਚੋਂ ਜੋ ਮਿਲਿਆ ਸੀ। ਇਹਨੇ ਥੈਲੀਆਂ ਦੇ ਉੱਤੇ ਨਾਂ ਲਿਖ ਕੇ ਸਾਂਭੇ ਹੋਏ ਸਨ, ਲਿਆ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਰੱਖੀ ਜਾਏ। ਸਾਰੀਆਂ ਭੇਟਾਵਾਂ ਰੱਖ ਦਿੱਤੀਆਂ ਤੇ ਮਾਲਕ ਜੀ ਕਹਿਣ ਲੱਗੇ ਕਿ ਭਾਈ ਫੱਗੂ ਇੱਕ ਭੇਟਾ ਤੇਰੇ ਵੱਲ ਰਹਿ ਗਈ ਏ, ਉਹ ਨਹੀਂ ਦੇਂਦਾ। ਗੁਰੂ ਕੀ ਸਾਧ ਸੰਗਤ ਇਹਨੇ ਹੱਥ ਜੋੜੇ ਤੇ ਕਹਿਣ ਲੱਗਾ ਸਤਿਗੁਰੂ ਹੋਰ ਤੇ ਕੋਈ ਭੇਟਾ ਨਹੀਂ ਮੇਰੇ ਕੋਲ। ਸਾਹਿਬ ਕਹਿਣ ਲੱਗੇ ਫੱਗੂ ਅੰਦਰ ਝਾਤੀ ਤੇ ਮਾਰ ਖਾਂ, ਇੱਕ ਭੇਟਾ ਅਜੇ ਹੈਗੀ ਏ। ਫਿਰ ਇਹ ਬੋਲਿਆ ਨਹੀਂ ਕਿ ਜੇ ਗੁਰੂ ਕਹਿ ਰਿਹਾ ਤੇ ਯਕੀਨਨ ਕੋਈ ਭੇਟਾ ਹੋਏਗੀ। ਸਾਹਿਬ ਕਹਿਣ ਲੱਗੇ ਆ ਬੇਰੀ, ਇਹ ਤੇ ਬੇਰ ਬੜੇ ਲੱਗੇ ਨੇ, ਇਹ ਨਹੀਂ ਸਾਨੂੰ ਦੇਗਾ। ਇਹਨੇ ਉਸੇ ਵੇਲੇ ਸਤਿਗੁਰੂ ਦੇ ਚਰਨਾਂ ਉੱਤੇ ਡੇਗ ਕੇ ਚੁਪਾਲ ਉੱਚੀ ਇਹਨੇ ਵਿਰਾਗਮਈ ਰੋਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਨੇਤਰਾਂ ਦੇ ਨੀਰ ਦੇ ਨਾਲ ਸਤਿਗੁਰੂ ਦੇ ਮੁਬਾਰਕ ਚਰਨ ਧੋ ਦਿੱਤੇ। ਕਹਿਣ ਲੱਗਾ ਸਤਿਗੁਰੂ ਮੈਂ ਭੁੱਲ ਗਿਆ ਸੀ ਕਿ ਇਹ ਬੇਰੀ ਵੀ ਤੇਰੀ ਹੈ। ਸਾਹਿਬ ਕਹਿਣ ਲੱਗੇ ਫਿਰ ਸਾਰਿਆਂ ਨੂੰ ਦੱਸ ਗੁਰੂ ਕਾ ਸਿੱਖ ਕਿਸ ਪਦਵੀ ਤੇ ਜਾਂਦਾ ਹੈ, ਜਿਹੜਾ ਗੁਰੂ ਨਾਨਕ ਦੇ ਸਿਧਾਂਤ ਦੇ ਨਾਲ ਮੁਹੱਬਤ ਕਰਦਾ ਹੈ। ਗੁਰੂ ਕੀ ਸਾਧ ਸੰਗਤ ਫਿਰ ਚਾਚੇ ਫੱਗੂ ਨੇ ਆਪਣੇ ਗਲ ਵਿੱਚ ਪਾਇਆ ਪੱਲਾ ਤੇ ਸਾਰੀ ਸੰਗਤ ਜਿਵੇਂ ਤੁਸੀਂ ਬੈਠੇ ਹੋ ਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸੇ ਤਰ੍ਹਾਂ ਸੰਗਤ ਬੈਠੀ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਕਸ਼ ਚਾਚੇ ਫੱਗੂ ਨੇ ਆਪਣੇ ਗਲ ਵਿੱਚ ਪਾਇਆ ਪੱਲਾ ਤੇ ਕਹਿਣ ਲੱਗਾ ਸਾਧ ਸੰਗਤ ਜੀ, ਇਹ ਮੈਂ ਰੋਜ਼ਾਨਾ ਕਾਰ ਭੇਟਾ ਦਸਵੰਧ ਇਕੱਠਾ ਕਰਨ ਜਾਂਦਾ ਸੀ। ਕਿਸੇ ਪਰਿਵਾਰ ਦੇ ਵਿੱਚ ਮੈਂ ਇਹ ਕਾਰ ਭੇਟਾ ਲੈਣ ਵਾਸਤੇ ਗਿਆ ਤੇ ਅੱਗੋਂ ਮੈਂ ਜਾ ਕੇ ਦਰਵਾਜ਼ੇ ਵਿੱਚ ਜਦੋਂ ਆਖਿਆ ਨਾ ਕਿ ਭਾਈ ਸਿੱਖਾ ਗੁਰੂ ਨਾਨਕ ਦੇ ਘਰ ਦਾ ਦਸਵੰਧ ਦੇ, ਤੇ ਘਰ ਦੀ ਸਵਾਣੀ ਕਹਿੰਦੀ ਉਹ ਘਰ ਵਿੱਚ ਨਹੀਂ ਨੇ, ਤੁਸੀਂ ਜਾਓ ਫਿਰ ਕਿਸੇ ਦਿਨ ਆ ਜਿਓ। ਮੈਂ ਉਹਨੂੰ ਦੂਜੀ ਵਾਰੀ ਆਖਿਆ ਕਿ ਬੀਬੀ ਭੈਣ ਮੈਂ ਦੂਰੋਂ ਚੱਲ ਕੇ ਆਇਆ, ਵਾਰ-ਵਾਰ ਆਇਆ ਨਹੀਂ ਜਾਂਦਾ, ਤੇਰੇ ਕੋਲ ਜੋ ਹੈਗਾ ਤੂੰ ਉਹ ਪਾ ਦੇ। ਕਹਿੰਦੀ ਘਰ ਵਿੱਚ ਤੇ ਹੈ ਕੁਛ ਨਹੀਂ। ਉਹ ਕਹਿੰਦਾ ਥੋੜੀ ਜੀ ਉਸ ਵੇਲੇ ਮਾਨਸਿਕ ਤੌਰ ਤੇ ਉਲਝੀ ਹੋਈ ਸੀ, ਗੁੱਸੇ ਵਿੱਚ ਸੀ। ਕਹਿਣ ਲੱਗੀ ਜਾਓ ਹੈ ਨਹੀਂ। ਤੇ ਮੈਂ ਤੀਜੀ ਵਾਰੀ ਜਦੋਂ ਉਹਨੂੰ ਕਿਹਾ ਨਾ ਤੇਰੇ ਕੋਲ ਜੋ ਹੈਗਾ ਭੈਣ ਮੇਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਜਾਣਾ ਹੀ ਪਾ ਦੇ। ਉਹਨੇ ਆਪਣਾ ਝਾੜੂ ਦੇ ਰਹੀ ਸੀ, ਜਿਹੜਾ ਕੂੜਾ ਸੀ ਨਾ ਅਗਲੇ ਪਾਸੇ ਸਤਿਗੁਰੂ ਜੀ ਸਾਧ ਸੰਗਤ ਜੀ ਉਹ ਸਾਰਾ ਇਕੱਠਾ ਕਰਕੇ ਚਾਚੇ ਫੱਗੂ ਦੀ ਝੋਲੀ ਵਿੱਚ ਪਾ ਦਿੱਤਾ। ਕਹਿਣ ਲੱਗੀ ਮੇਰੇ ਕੋਲ ਆਹੀ ਕੂੜਾ। ਕਹਿੰਦਾ ਸਤ ਬਚਨ ਮੈਂ ਲੈ ਕੇ ਉਹ ਕੂੜਾ ਘਰ ਵਿੱਚ ਆਇਆ ਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਮੈਂ ਸੋਚਣ ਲੱਗਾ ਕਿ ਇਸ ਕੂੜੇ ਦੀ ਪੋਟਲੀ ਬਣਾਵਾਂ, ਇਹਦੇ ਉੱਤੇ ਨਾਂ ਲਿਖਾਂ, ਮੈਂ ਇਸ ਕੂੜੇ ਦਾ ਕਰਾਂ ਕੀ, ਇਹਨੂੰ ਮੈਂ ਕਿਵੇਂ ਹੁੰਡੀ ਕਰਕੇ ਤੇਰੇ ਦਰਬਾਰ ਤੱਕ ਭੇਜਾਂਗਾ। ਕਹਿੰਦਾ ਆਖਿਰ ਮੈਂ ਇਸ ਨਿਰਣੇ ਤੇ ਪਹੁੰਚਿਆ ਕਿ ਮੈਂ ਆਪਣੇ ਘਰ ਦੀ ਇੱਕ ਨੁੱਕਰ ਦੇ ਵਿੱਚ ਇਹ ਕੂੜੇ ਦੀ ਢੇਰੀ ਲਗਾ ਦਿੱਤੀ ਤੇ ਕੁਝ ਦਿਨਾਂ ਬਾਅਦ ਇਸ ਕੂੜੇ ਦੇ ਵਿੱਚੋਂ ਇੱਕ ਬੇਰੀ ਉੱਗੀ ਏ। ਉਸ ਬੇਰੀ ਨੂੰ ਅੱਜ ਸਤਿਗੁਰੂ ਜੀ ਮਿੱਠੇ ਬੇਰ ਲੱਗੇ ਤੇ ਉਹ ਰੁੱਤ ਵੀ ਉਹੀ ਸੀ ਜਦੋਂ ਬੇਰ ਲੱਗਦੇ ਨੇ। ਉਹਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿੱਠੇ ਬੇਰ ਤੋੜ ਕੇ ਦਿੱਤੇ, ਸਾਰੀ ਸੰਗਤ ਨੇ ਛਕੇ। ਇਹ ਹੈ ਸਿੱਖੀ ਦੇ ਅੰਦਰ ਉਪਰਾਮਤਾ, ਇਹ ਹੈ ਸਿੱਖੀ ਦੇ ਅੰਦਰ ਸਮਰਪਿਤ ਹੋਣ ਦੀ ਭਾਵਨਾ। ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਔਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਬੈਠੇ ਹਾਂ। ਗੁਰੂ ਕੀ ਸਾਧ ਸੰਗਤ ਧੰਨ ਗੁਰੂ ਰਾਮਦਾਸ ਜੀ ਦੇ ਪਰਿਵਾਰ ਵਿੱਚੋਂ ਸੋਢੀ ਕੁਲ ਦੇ ਵਿੱਚੋਂ ਸਤਿਕਾਰਯੋਗ ਬਾਬਾ ਗੁਰਦੱਤਾ ਜੀ ਉਹ ਉਦਾਸੀ ਮਤ ਦੇ ਧੂਣੇ ਦੇ ਮੁਖੀ ਬਣਦੇ ਨੇ। ਇੱਧਰ ਉਹਨਾਂ ਦੇ ਛੋਟੇ ਭਰਾਤਾ
ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹ ਸਿੱਖਾਂ ਦੇ 9ਵੇਂ ਗੁਰੂ ਵਜੋਂ ਉਹ ਸਿੱਖੀ ਦੀ ਸੇਵਾ ਔਰ ਸਿੱਖੀ ਦੀ ਅਗਵਾਈ ਕਰਦੇ ਨੇ। ਗੁਰੂ ਕੀ ਸਾਧ ਸੰਗਤ, ਇਹਨਾਂ ਦੇ ਅੰਦਰ ਇੰਨੀ ਸਮਾਨਤਾ ਏ, ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ 4 ਧੂਣੇ ਸਥਾਪਿਤ ਕਰਦੇ ਨੇ। ਮੇਰੇ ਕੋਲ ਸਮਾਂ ਨਹੀਂ ਇਹਦਾ ਵਿਸਥਾਰ ਕਰਾਂ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹ ਸਿੱਖੀ ਦੇ ਵਿੱਚ ਰਹਿ ਕੇ ਉਪਰਾਮ ਹੋਣ ਦੀ ਸਿੱਖਿਆ ਸਿੱਖ ਸੰਗਤਾਂ ਨੂੰ ਦਿੰਦੇ ਨੇ, ਜੋ ਕਿ ਸਾਡੇ ਜੀਵਨ ਵਾਸਤੇ ਬੜੀ ਕਾਰਗਰ ਹੈ। ਆਪ ਸਾਰੀਆਂ ਸੰਗਤਾਂ ਨੂੰ ਜਿੱਥੇ ਇੱਥੇ ਆਵਣ ਤੇ ਮੈਂ ਵਧਾਈ ਦੇਣਾ, ਉੱਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਸੱਚੀ ਸਰਕਾਰ ਉਹਨਾਂ ਦੇ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਸ਼ਤਾਬਦੀ ਦੀਆਂ ਕੋਟਾਨ ਕੋਟ ਵਧਾਈਆਂ। ਸਤਿਗੁਰੂ ਰਹਿਮ ਕਰਨ। ਗੁਰਬਾਣੀ ਦਾ ਸਿਧਾਂਤ, ਗੁਰਬਾਣੀ ਦੀ ਜੀਵਨ ਜਾਚ ਸਾਡੇ ਕਹਿਣ ਅਤੇ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਵਸੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ, ਬੋਲਦਿਆਂ ਹੋਈਆਂ ਗਲਤੀਆਂ ਭੁੱਲਾਂ ਦਰ ਗੁਜ਼ਰ ਕਰਨ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੀ ਸਾਰੀ ਮੈਨੇਜਮੈਂਟ ਕਮੇਟੀ ਬੜਾ ਸੁਚੱਜਾ ਪ੍ਰਬੰਧ ਕਰ ਰਹੇ। ਪਹਿਲੀ ਵਾਰੀ ਮੈਨੂੰ ਇੱਥੇ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਵੈਸੇ 5 ਸਾਲ ਤੋਂ ਅੰਮ੍ਰਿਤ ਸੰਚਾਰ ਦੇ ਸਮਾਗਮਾਂ ਨੂੰ ਸਮਰਪਿਤ ਇੱਥੇ ਹਾਜ਼ਰੀ ਭਰਦੇ ਹਾਂ। ਹਰ ਸਾਲ ਦਰਸ਼ਨ ਕਰਦੇ ਹਾਂ। ਗਿਆਨੀ ਮਹਿਤਾਬ ਸਿੰਘ ਜੀ ਹਾਜ਼ਰੀ ਭਰ ਰਹੇ ਹੁੰਦੇ ਨੇ। ਅੱਜ ਉਹ ਮੇਰੇ ਵਾਸਤੇ ਸੁਭਾਗਾ ਵਸਲ ਹੈ, ਜਿਸ ਸਮੇਂ ਇਹ ਮੇਰੇ ਕੋਲ ਬੈਠੇ ਨੇ, ਮੈਂ ਆਪ ਜੀ ਦੀ ਖਿਦਮਤਦਾਰੀ ਕਰ ਰਿਹਾ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਸਤਿਕਾਰਯੋਗ ਬਾਬਾ ਗੁਰਮੇਜ ਸਿੰਘ ਜੀ, ਉਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਰੋਮ ਰੋਮ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਿਣੀ ਆ, ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਨ, ਆਪ ਜੀ ਦੀ ਖਿਦਮਤਦਾਰੀ ਕਰਨ ਦਾ ਇਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।